ਹੈਲੋ ਗਾਈਜ਼ 10ਵੀਂ ਕਲਾਸ ਦੇ ਮੈਥ ਦੀਆਂ ਵਰਕਸ਼ੀਟ ਨਾਲ ਸੰਬੰਧਿਤ ਵੀਡੀਓਜ਼ ਤੁਸੀਂ ਆਲਰੇਡੀ ਦੇਖ ਰਹੇ ਹੋ। ਅੱਜ ਦੀ ਮੇਰੀ ਇਸ ਵੀਡੀਓ ਦੇ ਵਿੱਚ ਜਿਹੜੇ 10ਵੀਂ ਕਲਾਸ ਦੇ ਜਿਹੜੇ ਉਹ ਅਧਿਆਏ ਜਿਨ੍ਹਾਂ ਦੇ ਵਿੱਚੋਂ ਕੁਝ ਕੁਐਸਚਨਸ ਜਿਹੜੇ ਸੀਗੇ ਉਹ ਵਰਕਸ਼ੀਟਸ ਵਿੱਚ ਨਹੀਂ ਹੈਗੇ ਸੀ, ਮੈਂ ਉਹ ਜਿਹੜੇ ਕੁਐਸਚਨ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਕਰਾਵਾਂਗਾ। ਸਭ ਤੋਂ ਪਹਿਲਾਂ ਮੈਂ ਚੈਪਟਰ ਲਿਆ ਜਿਹੜਾ ਚੈਪਟਰ 5 ਅੰਕ ਗਣਿਤਕ ਲੜੀਆਂ ਯਾਨੀ ਕਿ AP ਵਾਲਾ। ਇਹਦੀਆਂ ਕੁਝ ਸਟੇਟਮੈਂਟ ਪ੍ਰੋਬਲਮਸ ਸੀਗੀਆਂ ਜਿਹੜੀਆਂ ਵਰਕਸ਼ੀਟ ਦੇ ਵਿੱਚ ਨਹੀਂ ਸੀ ਹੈਗੀਆਂ। ਅੱਜ ਅਸੀਂ ਕਰਾਂਗੇ ਸਾਰੀਆਂ ਐਕਸਰਸਾਈਜ਼ ਵਿੱਚ ਜਿਹੜੀਆਂ ਵੀ ਸਟੇਟਮੈਂਟ ਪ੍ਰੋਬਲਮਸ ਨੇ ਅਸੀਂ ਉਹ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਦੇਖਦੇ ਹਾਂ ਐਕਸਰਸਾਈਜ਼ 5.1 ਦਾ ਜਿਹੜਾ ਪਹਿਲਾ ਕੁਐਸਚਨ ਆ ਕਿ ਕਿਹੜੀਆਂ ਸਥਿਤੀਆਂ ਵਿੱਚ ਸੰਬੰਧਿਤ ਸੰਖਿਆਵਾਂ ਦੀ ਸੂਚੀ AP ਹੈ ਅਤੇ ਕਿਉਂ। ਡਜ਼ ਦਾ ਲਿਸਟ ਆਫ ਨੰਬਰਸ ਇਨਵੋਲਵਡ ਮੇਕ ਐਨ AP ਐਂਡ ਵਾਈ। ਹੁਣ ਇਹਦਾ ਜਿਹੜਾ ਪਹਿਲਾ ਕੁਐਸਚਨ ਆ ਉਹ ਕੀ ਆ ਕਿ ਹਰੇਕ ਕਿਲੋਮੀਟਰ ਦੇ ਬਾਅਦ ਟੈਕਸੀ ਦਾ ਕਿਰਾਇਆ, ਮੰਨ ਲਓ ਜਿਹੜੀ ਇਹਨਾਂ ਦੀ ਸੰਖਿਆਵਾਂ ਦੀ ਸੂਚੀ ਬਣੇਗੀ ਉਹ ਪੁੱਛਦੇ ਆ ਵੀ ਜਿਹੜੀ ਹਰੇਕ ਕਿਲੋਮੀਟਰ ਬਾਅਦ ਜਿਹੜਾ ਟੈਕਸੀ ਦਾ ਕਿਰਾਇਆ ਵਾ ਕੀ ਉਹ ਇੱਕ AP ਹੈ ਵਾ, ਜੇ ਹੈ ਤਾਂ ਕਿਉਂ ਵਾ। ਉਹਦੀ ਕੰਡੀਸ਼ਨ ਕੀ ਦਿੱਤੀ ਆ ਕਿ ਜਦੋਂ ਕਿ ਪਹਿਲੇ ਕਿਲੋਮੀਟਰ ਲਈ ਕਿਰਾਇਆ ਰੁਪਏ 15 ਹੈ ਅਤੇ ਵਾਧੂ ਕਿਲੋਮੀਟਰ ਦਾ ਕਿਰਾਇਆ ਰੁਪਏ 8 ਹੈ। ਯਾਨੀ ਕਿ ਜਦੋਂ ਟੈਕਸੀ ਚੱਲਣੀ ਆ 1 ਕਿਲੋਮੀਟਰ ਤੱਕ ਜਾਏਗੀ ਤਾਂ ਸਾਡੇ ਕੋਲੋਂ ਉਹ ਕਿਰਾਇਆ ਕਿੰਨਾ ਲਏਗੀ 15 ਰੁਪਏ। ਜੇ ਅਸੀਂ ਸਫ਼ਰ 2 ਕਿਲੋਮੀਟਰ ਕਰਦੇ ਹਾਂ ਪਹਿਲੇ ਕਿਲੋਮੀਟਰ ਦਾ ਉਹਨੇ ਕਿਰਾਇਆ 15 ਰੁਪਏ ਲੈਣਾ ਹੀ ਲੈਣਾ, ਪਲੱਸ ਉਹਨੇ ਅਗਲੇ ਕਿਲੋਮੀਟਰ ਵਾਸਤੇ 8 ਵਿੱਚ ਜੋੜ ਕੇ ਅਤੇ ਉਹ ਕਿਰਾਇਆ ਸਾਡੇ ਕੋਲੋਂ ਲੈਣਾ। ਹੁਣ ਇਹ ਕਿਸ ਤਰ੍ਹਾਂ ਦੀ ਲੜੀ ਬਣੇਗੀ, ਇਹ ਸੰਖਿਆਵਾਂ ਦੀ ਸੂਚੀ ਬਣਾਵਾਂਗੇ। ਇਹਦਾ ਜਿਹੜਾ ਕੁਐਸਚਨ ਜਿਹੜਾ ਪਹਿਲਾ ਵਾ ਜਿਹੜੇ ਬੱਚੇ ਇੰਗਲਿਸ਼ ਮੀਡੀਅਮ ਦੇ ਵਿੱਚ ਨਾਲ ਕਰਦੇ ਆ ਉਹਦੀ ਸਟੇਟਮੈਂਟ ਮੈਂ ਉਹਨਾਂ ਨੂੰ ਬੁੱਕ ਦੇ ਉੱਪਰੋਂ ਦਿਖਾ ਦਿੰਦਾ। ਬਾਕੀ ਤੁਸੀਂ ਇਹ ਕੁਐਸਚਨ ਦੇਖ ਕੇ ਐਕਸਰਸਾਈਜ਼ ਆਪਣੀ ਬੁੱਕ ਸਾਹਮਣੇ ਖੋਲ੍ਹ ਲਓ। ਮੈਂ ਇੱਥੇ ਵਿੱਚ ਹਰ ਵਾਰੀ ਜੇ ਕੁਐਸਚਨ ਦੀ ਸਟੇਟਮੈਂਟ ਨਹੀਂ ਦਿਖਾਵਾਂਗਾ ਤਾਂ ਤੁਸੀਂ ਆਪਣੀ ਬੁੱਕ ਆਪਣੇ ਕੋਲ ਰੱਖ ਕੇ ਉੱਥੋਂ ਸਟੇਟਮੈਂਟ ਨਾਲ ਦੇਖ ਲੈਣੀ ਹੈ। ਮੈਂ ਸਟੇਟਮੈਂਟ ਵਿੱਚ ਬੋਲ ਦੇਵਾਂਗਾ। ਐਕਸਰਸਾਈਜ਼ 5.1 ਇਹ ਸਿਚੁਏਸ਼ਨਸ ਦਿੱਤੀਆਂ ਨੇ। ਇਨ ਵਿਚ ਆਫ ਦਾ ਫੋਲੋਇੰਗ ਸਿਚੁਏਸ਼ਨਸ ਡਜ਼ ਦਾ ਲਿਸਟ ਆਫ ਨੰਬਰਸ ਇਨਵੋਲਵਡ ਮੇਕ ਐਨ AP ਐਂਡ ਵਾਈ। ਪਹਿਲਾ ਕੁਐਸਚਨ ਕੀ ਹੈ, ਦਾ ਟੈਕਸੀ ਫੇਅਰ ਆਫਟਰ ਈਚ ਕਿਲੋਮੀਟਰ, ਵੀ ਹਰ ਇੱਕ ਕਿਲੋਮੀਟਰ ਦੇ ਬਾਅਦ ਟੈਕਸੀ ਦਾ ਫੇਅਰ ਵੈਨ ਦਾ ਫੇਅਰ ਇਜ਼ ₹15 ਫॉर ਦਾ ਫਸਟ ਕਿਲੋਮੀਟਰ ਐਂਡ ਦਾ ₹8 ਫॉर ਈਚ ਐਡੀਸ਼ਨਲ ਕਿਲੋਮੀਟਰ। ਇਹ ਕੁਐਸਚਨ ਆ, ਚਲੋ ਦੇਖਦੇ ਹਾਂ ਕਿ ਇਹ ਕਰਨਾ ਕਿਸ ਤਰ੍ਹਾਂ ਅਸੀਂ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਜੋ ਸਾਨੂੰ ਇਹਦੇ 'ਚ ਦਿੱਤਾ ਅਸੀਂ ਉਹ ਲਿਖ ਲੈਣਾ। ਕੀ ਲਿਖਾਂਗੇ, ਪਹਿਲੇ ਕਿਲੋਮੀਟਰ ਲਈ ਕਿਰਾਇਆ। ਜਿਹੜੇ ਇੰਗਲਿਸ਼ ਮੀਡੀਅਮ ਵਾਲੇ ਬੱਚੇ ਆ ਉਹ ਇਹਦੇ 'ਚ ਲਿਖ ਲੈਣਗੇ ਕਿ ਫੇਅਰ ਫॉर ਦਾ ਫਸਟ ਕਿਲੋਮੀਟਰ, ਪਹਿਲੇ ਕਿਲੋਮੀਟਰ ਲਈ ਕਿਰਾਇਆ। ਹੁਣ ਇਹ ਕਿਰਾਇਆ ਕਿੰਨਾ ਵਾ, ₹15 ਯਾਨੀ ਕਿ ₹15 ਇਹ ਲਿਖ ਲਿਆ। ਹੁਣ ਕਿਰਾਇਆ ਜਿਹੜਾ ਵਾ ਐਡੀਸ਼ਨਲ ਯਾਨੀ ਕਿ ਫੇਅਰ ਫॉर ਦਾ ਐਡੀਸ਼ਨਲ ਕਿਲੋਮੀਟਰ, ਅਤੇ ਇੱਧਰ ਅਸੀਂ ਪੰਜਾਬੀ 'ਚ ਕੀ ਲਿਖ ਲਾਂਗੇ ਕਿ ਵਾਧੂ ਕਿਲੋਮੀਟਰ ਦਾ ਕਿਰਾਇਆ। ਇਹ ਕਿੰਨਾ ਵਾ, ₹8 ਰੁਪਏ। ਹੁਣ ਦੇਖੋ ਪਹਿਲੇ ਕਿਲੋਮੀਟਰ ਦਾ ਸਫ਼ਰ ਕੀਤਾ 15 ਰੁਪਏ ਲੱਗਣਗੇ। ਜੇ ਅਸੀਂ 2 ਕਿਲੋਮੀਟਰ ਜਾਂਦੇ ਹਾਂ ਤਾਂ ਉਹ 'ਚ 8 ਰੁਪਏ ਜੁੜ ਜਾਣਗੇ, 15 ਅਤੇ 8 23। ਫਿਰ ਅੱਗੇ ਜਾਂਦੇ ਹਾਂ ਤਾਂ ਉਹਦੇ ਵਿੱਚ ਫਿਰ ਜੇ 2 ਕਿਲੋਮੀਟਰ 'ਤੇ 23 ਦਿੱਤਾ ਅਤੇ 1 ਕਿਲੋਮੀਟਰ ਹੋਰ ਸਫ਼ਰ ਕਰਾਂਗੇ ਤਾਂ ਉਹਦੇ 'ਚ 8 ਰੁਪਏ ਹੋਰ ਜੁੜ ਜਾਣਗੇ। ਇਸੇ ਤਰ੍ਹਾਂ ਇੱਕ ਸੰਖਿਆਵਾਂ ਦੀ ਸੂਚੀ ਬਣ ਜਾਏਗੀ। ਅਸੀਂ ਸਭ ਤੋਂ ਪਹਿਲਾਂ ਉਹ ਲਿਖਾਂਗੇ, ਕੀ ਲਿਖਾਂਗੇ ਕਿ ਇਹ ਜਿਹੜਾ ਪਹਿਲਾ ਨੰਬਰ ਆ ਇਹਦੇ ਤੋਂ ਸੰਖਿਆਵਾਂ ਦੀ ਸੂਚੀ ਕਿਸ ਤਰ੍ਹਾਂ ਬਣੇਗੀ, ਲਿਸਟ ਆਫ ਨੰਬਰਸ ਯਾਨੀ ਕਿ ਸੰਖਿਆਵਾਂ ਦੀ ਸੂਚੀ ਇੱਧਰ ਲਿਖ ਲਿਓ ਦੇਅਰਫੋਰ। ਇਸ ਲਈ ਸੰਖਿਆਵਾਂ ਦੀ ਸੂਚੀ ਦੇਅਰਫੋਰ ਦਾ ਲਿਸਟ ਆਫ ਨੰਬਰਸ ਕਿਸ ਤਰ੍ਹਾਂ ਬਣੇਗੀ, ਫਸਟ ਕਿਲੋਮੀਟਰ 15 ਯਾਨੀ ਕਿ 15, ਨੈਕਸਟ 8 ਵਿੱਚ ਦਿੱਤੇ ਅਤੇ ਕਿੰਨੇ ਆ ਗਏ 23, 23 ਅਤੇ 8 31, 31 ਅਤੇ 8 39 ਅਤੇ ਐਂਡ ਸੋ ਔਨ। ਜਿੰਨਾ ਚੱਲਦੇ ਜਾਵਾਂਗੇ ਓਨਾ ਹੀ ਅਸੀਂ ਅੱਗੇ ਅੱਗੇ ਕਿਰਾਇਆ ਵਿੱਚ ਜੋੜ ਕੇ ਦਿੰਦੇ ਰਹਾਂਗੇ। ਹੁਣ ਇਹਦੇ 'ਚ ਅਸੀਂ ਦੇਖਣਾ ਕੀ ਆ, ਜਦੋਂ ਕਿਉਂਕਿ ਸਾਨੂੰ ਪੁੱਛਿਆ ਕਿ ਉਹਨਾਂ ਨੇ
कि ये जिहड़ी सूची बनी आ लिस्ट बनी कि ये AP है, जे है तो क्यों आ। ਅਸੀਂ ਸਭ ਤੋਂ ਪਹਿਲਾਂ ਇਹਨਾਂ ਦਾ ਡਿਫਰੈਂਸ ਕੱਢਾਂਗੇ, ਯਾਨੀ ਕਿ A2 ਮਾਈਨਸ A1 ਫਾਈਂਡ ਕਰਾਂਗੇ। ਤੁਹਾਨੂੰ ਪਤਾ ਹੀ ਹੈ, ਮੈਂ ਦੂਸਰੀ ਵੀਡੀਓ ਸਾਰਾ ਡਿਟੇਲ 'ਚ ਦੱਸਿਆ ਕਿ ਪਹਿਲੀ ਟਰਮ A1 A2 A3 ਅਤੇ ਆ A4। ਉਹ ਵੀਡੀਓ ਜ਼ਰੂਰ ਦੇਖਿਓ, ਉਹਦੇ 'ਚ ਬਾਕੀ ਕੁਐਸਚਨ ਸਾਰੇ ਬਿਲਕੁਲ ਮੈਂ ਡਿਟੇਲ 'ਚ ਕਰਵਾਏ ਆ। ਸਭ ਤੋਂ ਪਹਿਲਾਂ ਇੱਥੇ ਦੇਖਾਂਗੇ ਕਿ A2 ਮਾਈਨਸ A1 ਕਿੰਨਾ। ਇਹ ਆ ਗਿਆ 23 ਮਾਈਨਸ 15 ਬਰਾਬਰ 8। फिर असी देखांगे A3 माइनस A2, वो कितना 31 माइनस 23, वो भी कितना आ गया 8। फिर A4 माइनस A3, ये दो भी देख लोगे तो भी ठीक है, 3 तक कर लो, बाकी अगे करन दी लोड़ नहीं आ। 39 माइनस 31 इक्वल टू 8। हुण आ देखो सारे बराबर आए आ। हुण इहदे च लिखना असी किस तरह वा, देखो ਜਿਹੜੇ A2 माइनस A1 ਬਣਦਾ ਇਹ ਕਿੱਥੋਂ ਬਣਦਾ ਵਾ, ਇਹ ਬਣਦਾ AN+1 ਮਾਈਨਸ AN ਤੋਂ। ਤੁਸੀਂ ਇਹਦੇ 'ਚ N ਦੀ ਵੈਲਿਊ ਜਿਹੜੀ ਮਰਜ਼ੀ ਲੈ ਸਕਦੇ ਹੋ। ਮੰਨ ਲਓ ਮੈਂ ਇੱਥੇ N ਦੀ ਵੈਲਿਊ ਪਹਿਲਾਂ 1 ਲੈ ਲਈ, ਅਤੇ ਇੱਥੇ ਕੀ ਆ ਗਿਆ A1+1 ਮਾਈਨਸ A1। ਇਹ ਤੋਂ ਕੀ ਬਣਿਆ 1+1 2 A2 ਮਾਈਨਸ A1। ਜੇ ਮੈਂ ਹੁਣ N ਦੀ ਵੈਲਿਊ 2 ਲੈ ਲਾਂ तो वो की बनेगा A2+1 माइनस A2, यानी कि A3 माइनस A2। हुण साडे कोल इहदा रिजल्ट हर वारी बराबर आ रहा। असी तो रीज़न देना वा क्योंकि उन्होंने पूछा कि वाई। असी इत्थे की लिखांगे हरेक वार AN+1 माइनस AN एक ही है। आ देखो हर बारी 8 8 8 एक ही आया। इंग्लिश मीडियम वाले बच्चे इत्थे की लिखणगे कि एवरी टाइम AN+1 माइनस AN इज सेम, देयरफोर लिस्ट ऑफ नंबरस इज़ एन AP। तो पंजाबी च इसलिए संख्यावां की सूची इसलिए संख्यावां की सूची एक AP है। बस यह साडा पहला क्वेश्चन। आ चीज़ जरूर ध्यान च रखियो, आ जिहड़ी चीज़ तुहानूं दसी आ कि ये रिजल्ट इहदे तो बनदा। सो ये सीगा इहदा फस्ट क्वेश्चन। इस तो बाद असीं देखांगे इहदा सैकेंड पार्ट कि सैकेंड पार्ट दे विच की आ। ਇਹਦਾ ਸੈਕੰਡ ਪਾਰਟ, ਕਿਸੇ ਬੇਲਣ ਵਿੱਚ ਹਵਾ ਦੀ ਮਾਤਰਾ, ਜਦੋਂ ਕਿ ਹਵਾ ਕੱਢਣ ਵਾਲਾ ਪੰਪ ਹਰੇਕ ਵਾਰ ਬੇਲਣ ਵਿੱਚ ਬਾਕੀ ਹਵਾ ਦਾ 1/4 ਹਿੱਸਾ ਬਾਹਰ ਕੱਢ ਦਿੰਦਾ ਹੈ। ਹੁਣ ਅਸੀਂ ਜਿਹੜੀ ਬੇਲਣ ਦੇ ਵਿੱਚ ਹਵਾ ਵਾ ਉਹ ਪੁੱਛਦੇ ਆ ਵੀ ਜਿਹੜਾ ਉਹਦੀ ਮਾਤਰਾ ਜਾਂ ਆਇਤਨ, ਜਿੰਨਾ ਵੀ ਵਿੱਚ ਬਾਕੀ ਹਵਾ ਬਚਦੀ ਆ ਹਰ ਵਾਰੀ ਉਹ ਜਿਹੜਾ ਪੰਪ ਵਾ ਉਹਦੇ 'ਚੋਂ 1/4 ਹਿੱਸਾ ਬਾਹਰ ਕੱਢ ਦਿੰਦਾ। ਹੁਣ ਦੇਖਣਾ ਵਾ ਅਸੀਂ ਇਹਦੀ ਸੂਚੀ ਬਣਾ ਕੇ ਦੇਖਾਂਗੇ ਕਿ ਇਹ ਜਿਹੜੀ ਸੰਖਿਆਵਾਂ ਦੀ ਸੂਚੀ ਬਣੇਗੀ ਇਹ ਇੱਕ AP ਬਣਦੀ ਆ ਕਿ ਨਹੀਂ ਬਣਦੀ। ਤਰੀਕਾ ਸੇਮ ਉਹੀ ਆ। ਤੇ ਇੰਗਲਿਸ਼ ਮੀਡੀਅਮ ਵਾਲੇ ਬੱਚੇ ਵੀ ਆਪਣੀ ਬੁੱਕ ਦੇ ਉੱਪਰੋਂ ਸਟੇਟਮੈਂਟ ਦੇਖਿਓ, ਮੈਂ ਸਟੇਟਮੈਂਟ ਬੋਲ ਦਿੰਦਾ। ਦ ਅਮਾਊਂਟ ਆਫ ਏਅਰ ਪ੍ਰੈਜੈਂਟ ਇਨ ਅ ਸਿਲੰਡਰ ਵੈਨ ਅ ਵੈਕਿਊਮ ਪੰਪ ਰਿਮੂਵ 1/4 ऑफ द एयर रिमेनिंग इन द सिलेंडर एट अ टाइम, यानी कि हर वारी हवा का एक हिस्सा वो बाहर कढ़दा। किहड़ा हिस्सा वा, एक हिस्सा जिन्ना कढ़ना उन्हें हर वारी वो हैगा 1/4 हिस्सा। हुण चलो देखते हैं कि इहदे च असीं संख्यावां की जिहड़ी सूची है वो किस तरह बनावांगे। हुण असीं सब तो पहलां तो लैट करांगे क्योंकि सानूं पता नहीं है कि सिलेंडर विच हवा है किन्नी आ। उह च जिन्नी हवा वा भरी होएगी उहनूं असीं वॉल्यूम बोलते हैं, यानी कि आयतन बोलते हैं। तो असी उन्होंने असी लैट कर लाँगे कि मान लो बेलन विच हवा का आयतन, लैट द वॉल्यूम ऑफ एयर इन द सिलेंडर। ये लिखो, मान लो बेलन विच
ਹਵਾ ਦਾ ਆਇਤਨ ਯਾਨੀ ਕਿ ਵੋਲਿਊਮ ਕਿੰਨਾ ਮੰਨ ਲਿਆ ਸੀ V। ਵੋਲਿਊਮ ਆ, ਇਹਨੂੰ V ਨਾਲ ਲਿਖਦੇ ਅਸੀਂ, V ਲੈਟ ਕਰ ਲਿਆ। ਹੁਣ ਆ ਪਹਿਲਾਂ ਵਾ, ਇਹਦੇ ਚੋਂ ਬਾਹਰ ਕਿੰਨਾ ਹਿੱਸਾ ਕੱਢਣਾ, 1/4 ਹਿੱਸਾ ਇਹਦਾ ਹੀ, ਵੋਲਿਊਮ ਦਾ ਹੀ 1/4 ਹਿੱਸਾ ਮਾਈਨਸ ਕਰਨਾ ਵਿੱਚੋਂ, ਅਤੇ ਉਹ ਸਾਡੇ ਕੋਲ ਇੱਕ ਸੰਖਿਆਵਾਂ ਦੀ ਸੂਚੀ ਬਣੇਗੀ। ਤਾਂ ਉਹ ਕਿਸ ਤਰ੍ਹਾਂ ਬਣੇਗੀ, ਮੈਂ ਇੱਥੇ ਲਿਖ ਦਿੰਦਾ, ਇਸ ਲਈ ਸੰਖਿਆਵਾਂ ਦੀ ਸੂਚੀ ਕਿਸ ਤਰ੍ਹਾਂ ਬਣੇਗੀ, ਮੈਂ ਤੁਹਾਨੂੰ ਇੱਥੇ ਪਹਿਲਾਂ ਇੱਕ ਸਾਈਡ 'ਤੇ ਰਫ 'ਚ ਦੱਸਦਾ। ਸਾਡੇ ਕੋਲ ਸਿਲੰਡਰ ਦੇ ਵਿੱਚ ਹਵਾ ਹੈਗੀ ਆ ਇੰਨੀ V, ਇਹਦਾ 1/4 ਹਿੱਸਾ ਬਾਹਰ ਕੱਢਿਆ, ਮਾਈਨਸ 1/4 ਕਿਹਦਾ, V ਦਾ, ਇਹਦੇ 'ਚੋਂ ਮਾਈਨਸ ਕਰ ਦੇਣਾ। ਜੇ ਅਸੀਂ ਇਸ ਤਰ੍ਹਾਂ ਨਹੀਂ ਲਿਖਦੇ ਤਾਂ ਅਸੀਂ V ਦਾ 1/4 ਹਿੱਸਾ ਵੱਖਰਾ ਵੀ ਲਿਖ ਸਕਦੇ ਹਾਂ ਕਿ ਸਿਲੰਡਰ ਦੇ ਵਿੱਚ ਹਵਾ ਹੈਗੀ ਸੀ V, ਇਹਦੇ 'ਚੋਂ ਕਿੰਨੀ ਮਾਈਨਸ ਕਰਨੀ ਆ, 1/4 ਗੁਣਾ V, ਯਾਨੀ ਕਿ V ਨੂੰ 1 ਨਾਲ ਗੁਣਾ ਕਰਾਂਗੇ ਅਤੇ V ਆ ਜਾਏਗਾ V/4। ਇਹੀ ਚੀਜ਼ ਇੱਥੇ ਸਿੱਧੀ ਮੈਂ ਲਿਖਤੀ, ਵਿੱਚੋਂ ਘਟਾਉਣੀ ਆ। ਹੁਣ ਘਟਾਵਾਂਗੇ ਕਿਸ ਤਰ੍ਹਾਂ, ਤੁਹਾਨੂੰ ਪਤਾ ਹੀ ਹੈ ਕਿ ਅਸੀਂ ਐਲਸੀਐਮ ਲੈ ਕੇ ਅਤੇ ਫਿਰ ਇਹਨੂੰ ਸੋਲਵ ਕਰਦੇ ਹਾਂ, ਯਾਨੀ ਕਿ ਲਘੁੱਤਮ ਲੈ ਕੇ। ਇਹਦਾ ਲਘੁੱਤਮ ਕਿੰਨਾ ਆ ਗਿਆ, 4। ਹੁਣ ਇਹਨੂੰ 1 ਨਾਲ ਭਾਗ ਕੀਤਾ ਅਤੇ 4 ਆਇਆ, 4 ਨੂੰ V ਨਾਲ ਮਲਟੀਪਲਾਈ ਕੀਤਾ। ਮੈਂ ਥੋੜ੍ਹਾ ਜਿਹਾ ਜ਼ਿਆਦਾ ਐਕਸਪਲੇਨ ਕਰ ਦਿੰਦਾ, ਈਜ਼ੀ, ਕਿ ਬੱਚਿਆਂ ਨੂੰ ਪਤਾ ਲੱਗ ਜੇ। 4 ਨੂੰ 4 ਨਾਲ ਡਿਵਾਈਡ ਕੀਤਾ, 1 ਨੂੰ ਇਹਦੇ ਨਾਲ ਕੀਤਾ, ਅਤੇ ਕਿੰਨਾ ਆ ਗਿਆ, ਇਕੱਲਾ 1 V। ਇੱਥੇ 1 V ਲਿਖ ਲਓ ਚਾਹੇ, ਜਾਂ ਇਕੱਲਾ V ਲਿਖ ਲਓ। ਹੁਣ ਇਹਨਾਂ ਨੂੰ ਮਾਈਨਸ ਕੀਤਾ ਅਤੇ ਕਿੰਨਾ ਆਇਆ, 4V 'ਚੋਂ 1 V ਗਏ ਅਤੇ 3V/4, ਯਾਨੀ ਕਿ ਹੁਣ ਸਿਲੰਡਰ ਦੇ ਵਿੱਚ ਇੰਨੀ ਹਵਾ ਬਾਕੀ ਬਚੀ ਆ। ਇਸੇ ਤਰ੍ਹਾਂ ਹੀ ਅੱਗੇ ਕਰਾਂਗੇ। ਪਹਿਲੀ ਵਾਰੀ ਹਵਾ ਵਿੱਚ ਕਿੰਨੀ ਸੀਗੀ, V, ਜਿਹੜੀ ਸਟਾਰਟਿੰਗ 'ਚ ਸੀ। ਜਦੋਂ ਉਹਦੇ 'ਚੋਂ 1/4 ਹਿੱਸਾ ਕੱਢਿਆ ਅਤੇ ਕਿੰਨੀ ਰਹਿ ਗਈ, 3/4V, ਜਾਂ 3V/4, ਜਿਸ ਤਰ੍ਹਾਂ ਮਰਜ਼ੀ ਲਿਖ ਲਓ ਇਹਨੂੰ। ਇਹ ਦੂਸਰੀ ਵਾਰੀ ਆ ਗਈ, ਸਿਲੰਡਰ 'ਚ ਜਿਹੜੀ ਹਵਾ ਬਚੀ ਆ ਉਹ ਕਿੰਨੀ ਆ, 3V/4। ਹੁਣ ਇਹਦਾ 1/4 ਹਿੱਸਾ ਇਹਦੇ 'ਚੋਂ ਘਟਾਵਾਂਗੇ, ਮਾਈਨਸ 1/4 ਕਿਹਦਾ ਹਿੱਸਾ ਵਾ, ਉਹ 3V/4 ਦਾ। ਇਹ ਕਿੰਨਾ ਬਣੇਗਾ, 3V/4 ਮਾਈਨਸ 3V/4 ਚੌਕੇ 16। ਹੁਣ ਇਹਦਾ ਐਲਸੀਐਮ ਲਵਾਂਗੇ, ਕਿੰਨਾ ਆਏਗਾ, 16। ਇਹਨੂੰ ਸੋਲਵ ਕੀਤਾ, 4 ਚੌਕੇ 16, 4 ਆਇਆ, 4 ਤੀਏ 12, 12V ਮਾਈਨਸ 3V, ਘਟਾਏ ਦੇ ਕਿੰਨੇ ਆ ਗਏ, 9V/16। ਹੁਣ ਸਾਡੇ ਕੋਲ ਇੱਥੇ ਅਗਲੀ ਸੰਖਿਆ ਕਿਹੜੀ ਆ ਗਈ, 9V/16। ਹੁਣ ਤੁਸੀਂ ਇਹਦਾ ਜਦੋਂ 1/4 ਹਿੱਸਾ ਕੱਢਣਾ ਤਾਂ ਇੱਥੇ ਆ ਜਾਏਗਾ ਮਾਈਨਸ 1/4, 9V/16। ਅਤੇ ਜਦੋਂ ਤੁਸੀਂ ਇਸੇ ਤਰ੍ਹਾਂ ਹੀ ਇਹਨੂੰ ਕਰੋਗੇ, ਜ਼ਿਆਦਾ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ, ਇੱਕ ਸੰਖਿਆ ਹੋਰ ਤੁਸੀਂ ਫਾਈਂਡ ਕਰ ਲਿਓ। ਜਦੋਂ ਉਹਨੂੰ ਸੋਲਵ ਕਰੋਗੇ ਤੁਹਾਡੇ ਕੋਲ ਆ ਜਾਏਗਾ 27V/64, ਕਿਉਂਕਿ ਅਗਲੀ ਵਾਰੀ ਇੱਥੇ ਮਲਟੀਪਲਾਈ ਹੋ ਜਾਣਾ ਵਾ, 16 ਚੌਕੇ 64 ਹੋ ਜਾਣਾ, ਅਤੇ ਐਲਸੀਐਮ 64 ਆ ਜਾਏਗਾ। ਇਸੇ ਤਰ੍ਹਾਂ ਹੀ ਤੁਸੀਂ ਅੱਗੇ ਸੰਖਿਆਵਾਂ ਲੱਭ ਸਕਦੇ ਹੋ। ਇਹ ਬਣ ਗਈ ਸੰਖਿਆਵਾਂ ਦੀ ਸੂਚੀ। ਹੁਣ ਅਸੀਂ ਦੇਖਣਾ ਕਿ ਕੀ ਇਹ ਜਿਹੜੀਆਂ ਸੰਖਿਆਵਾਂ ਨੇ ਇਹ AP ਹੈਗੀ ਕਿ ਨਹੀਂ। ਉਸੇ ਤਰੀਕੇ ਨਾਲ ਹੀ ਜਿਸ ਤਰ੍ਹਾਂ ਅਸੀਂ ਪਹਿਲਾਂ ਕੀਤਾ ਸੀ, A2 ਮਾਈਨਸ A1, ਯਾਨੀ ਕਿ 3V/4 ਮਾਈਨਸ V। ਇਹਨੂੰ ਸੋਲਵ ਕਰੋ, ਸਾਡੇ ਕੋਲ ਕਿੰਨਾ ਆਏਗਾ, 3V ਮਾਈਨਸ 4V/4, ਯਾਨੀ ਕਿ ਮਾਈਨਸ V/4। ਇਹ ਤਾਂ ਹੁਣ ਕੈਲਕੂਲੇਸ਼ਨ ਤੁਹਾਨੂੰ ਆਉਂਦੀ ਹੋਣੀ ਹੈ, ਇਹਦੇ 'ਚ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਦੱਸਦਾ। ਉਸ ਤੋਂ ਬਾਅਦ A3 ਮਾਈਨਸ A2, 9V/16 ਮਾਈਨਸ 3V/4, ਇਹਦਾ ਵੀ ਐਲਸੀਐਮ ਆ ਜਾਏਗਾ 16। ਇੱਧਰ ਆ ਜਾਏਗਾ 9V ਮਾਈਨਸ 12V, ਕਿੰਨਾ ਬਣ ਗਿਆ, ਮਾਈਨਸ 3V/16। ਇਹਨੂੰ ਸੋਲਵ ਕੀਤਾ ਅਤੇ ਇੰਨਾ ਆ ਗਿਆ। ਫਿਰ ਅਗਲੀ ਵਾਰੀ ਆ ਗਈ A4 ਮਾਈਨਸ A3 ਦੀ, ਜਿਹਦੇ ਵਿੱਚ 27V/64 ਮਾਈਨਸ 9V/16। ਇਹਦਾ ਐਲਸੀਐਮ ਕਿੰਨਾ ਆਏਗਾ, 64। ਇੱਧਰ 27V ਮਾਈਨਸ 9 ਚੌਕਾ 36V, ਇਹ ਕਿੰਨਾ ਆ ਗਿਆ, ਮਾਈਨਸ ਕਰਕੇ ਮਾਈਨਸ
9v/64 9v/64 यानी कि 9v/64। ਆ ਤੁਸੀਂ ਫਾइंड ਕੀਤਾ। ਹੁਣ ਆ ਦੇਖੋ ਪਹਿਲੀ ਵੈਲਿਊ ਕਿੰਨੀ ਆਈ -v/4। ਉਸ ਤੋਂ ਬਾਅਦ -3v/16 यानी कि -3v/16 ਅਤੇ -9v/64। ਇਹ ਤਿੰਨੇ ਵੱਖਰੀਆਂ ਵੱਖਰੀਆਂ ਆਈਆਂ ਨੇ। ਇਹਦਾ ਮਤਲਬ ਅਸੀਂ ਇੱਥੇ ਹੁਣ ਕੀ ਲਿਖਣਾ ਵੀ ਇਹ AP ਨਹੀਂ ਹੈਗੀ। ਕੀ ਲਿਖਾਂਗੇ ਦੇਅਰਫੋਰ ਇੱਥੇ ਪਹਿਲਾਂ ਲਿਖ ਲਓ ਹਰੇਕ ਵਾਰ ਕਿ ਐਵਰੀ ਟਾਈਮ an + 1 - an ਇਜ਼ ਨਾਟ ਸੇਮ। ਇੱਕ ਨਹੀਂ ਹੈ, ਸਾਰੇ ਇੱਕੋ ਜਿਹੇ ਨਹੀਂ ਹਨ। ਦੇਅਰਫੋਰ ਦ ਲਿਸਟ ਆਫ ਨੰਬਰਸ यानी कि संख्यावां की सूची एक AP नहीं है। यह साडा सैकंड पार्ट। जो क्वेश्चन देखीदा ना, जो कहते भी हर बारी 1/4 हिस्सा बाहर कढ़ना, तो उदों मन च यह होंदा कि शायद ये AP होएगी क्योंकि हर बारी तो बराबर हवा कढ़नी आ। पर जिहड़ी गल उन्होंने नाल लिखी है ना कि बाकी हवा दा, हुण जिहड़ी बाकी हवा होएगी उहदे चों ही असीं हवा बाहर कढ़ांगे क्योंकि पहली बार तो असीं 1/4 हिस्सा कढ़ लिया। जो दूसरी बारी जिहड़ी बाकी बची उहदा 1/4 हिस्सा कढ़ांगे तो वह डिफरेंट हो जाता, फिर अगे जाके इस तरह ही बदलता जाता। तो इस करके ये वाला जिहड़ा सीगा साडा क्वेश्चन, इहदी संख्यावां की सूची AP नहीं आ। हुण देखते हैं इहदा थर्ड पार्ट। थर्ड पार्ट, हरेक मीटर की खुदाई तो बाद एक खूह पुट्टन की लागत ਜਦੋਂ कि पहले मीटर की खुदाई की लागत रुपए 150 है ਅਤੇ ਬਾਅਦ ਵਿੱਚ प्रति मीटर खुदाई की लागत रुपए 50 ਵੱਧ ਜਾਂਦੀ है। ये सेम क्वेश्चन पहले वर्गा जिस तरह किराए वाला सीगा कि पहले किलोमीटर वास्ते किराया जिहड़ा सीगा वो 15 सी ते बाद हर वारी 8-8 रुपए ਵੱਧਦਾ ਸੀ। ਤੇ ਇਹਦੇ 'ਚ ਪਹਿਲੇ ਮੀਟਰ ਦੀ ਖੁਦਾਈ ਦੀ ਲਾਗਤ 150 ਅਤੇ ਬਾਅਦ ਵਿੱਚ ਪ੍ਰਤੀ ਮੀਟਰ ਖੁਦਾਈ ਦੀ ਲਾਗਤ ਰੁਪਏ 50 ਵੱਧ ਜਾਂਦੀ ਹੈ। ਸੇਮ ਕੁਐਸਚਨ ਆ, ਉਸੇ ਤਰ੍ਹਾਂ ਹੀ ਅਸੀਂ ਕਰਾਂਗੇ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਇਸ ਕੁਐਸਚਨ ਦੀ ਜਿਹੜੀ ਸਟੇਟਮੈਂਟ ਆ ਉਹ ਆਪਣੀ ਬੁੱਕ ਤੋਂ ਦੇਖ ਲਿਓ। ਅਸੀਂ ਕੁਐਸਚਨ ਸੋਲਵ ਕਰਦੇ ਹਾਂ। ਬਿਲਕੁਲ ਈਜ਼ੀ ਕੁਐਸਚਨ ਆ ਜਿਹੜਾ ਫਸਟ ਆ ਕੁਐਸਚਨ, ਸੇਮ ਉਹਦੇ ਵਰਗਾ। ਸਭ ਤੋਂ ਪਹਿਲਾਂ ਕੀ ਲਿਖਾਂਗੇ ਕਿ ਪਹਿਲੇ ਮੀਟਰ ਦੀ ਖੁਦਾਈ ਦੀ ਲਾਗਤ, ਇਸ 'ਚ ਲਿਖ ਲਓ ਸਭ ਤੋਂ ਪਹਿਲਾਂ पहले मीटर की खुदाई की लागत। ₹150 यानी कि 150 रुपया। कॉस्ट ऑफ डिगिंग फॉर फर्स्ट मीटर ₹150। इस तो बाद विच प्रति मीटर की खुदाई प्रति मीटर खुदाई की लागत। इंग्लिश मीडियम वाले बच्चे भी अपनी बुक के उपर देख के सेम इस तरह की वर्डिंग नाल लिख लियो। यही लाइन सारी इस तरह ही लिख लैनी। इत्थे ₹50 आ गई। हुण इहदे च जिहड़ी संख्यावां की सूची बनेगी वो किस तरह बनेगी, इसलिए संख्यावां की सूची देयरफॉर लिस्ट ऑफ नंबर्स। पहले वास्ते 150 यानी 150, फिर 50 वध गई। पहला 150 तो देना ही देना, अगले मीटर वास्ते 50 दिते तो किन्ने हो गए 150 जमा 50 200। फिर जे 1 मीटर होर खुदाई की तो 250, जे उस तो बाद अगे भी करांगे तो फिर 300। इस तरह ही 100 ऑन ये चलती रहेगी। असी सिर्फ इन्नियां की टर्म्स लिख लें। हुण जिस तरह क्वेश्चन किया सी पहला दूसरा, ਉਹਦੇ 'ਚ A2 - A1, ਇਹਦੇ 'ਚ ਵੀ ਉਸੇ ਤਰ੍ਹਾਂ ਹੀ ਫਾਈਂਡ ਕਰ ਲਾਂਗੇ। 200 - 150 बराबर 50। A3 - A2 250 - 200 यानी कि 250 - 200 कितना आ गया 50। तो A4 - A3 कितना आ गया 300 - 250 बराबर 50। है तो क्लीयर ही आ कि सारे बराबर ही आ रहे हर बारी।
तो यदी लाइन तुहानूं पता ही है किस तरह लिखनी आ। हरेक बार यानी कि एवरी टाइम an+1 माइनस an इज़ सेम, यानी कि एक ही है। देयरफॉर लिस्ट ऑफ नंबर्स इज़ एन AP, संख्यावां की सूची दे इसलिए संख्यावां की सूची एक AP है। ये सीगा थर्ड पार्ट। बड़ा ही ईजी जिहा क्वेश्चन, स्टेटमेंट पढ़ के बस तुसीं ध्यान नाल देखना। ये तो सिर्फ जो टिपिकल सीगा वो सैकेंड पार्ट सीगा, जिहदे च थोड़ी जी गलती ये लगती है कि 1/4 अगर ऑप्शनल क्वेश्चन आ जाना MCQ एक नंबर का सॉल्व करने का टाइम ना हो तो वैसे सोच के लिखना है तो कई बार मन च यही आ जाता कि भी बराबर ही होएगा, लेकिन वो कैलकुलेशन तो तुहानूं समझ लग गई। हुण देखते हैं इसका फोर्थ पार्ट। फोर्थ पार्ट देखो की आ, खाते विच हरेक साल का मिश्र धन ਜਦੋਂ कि रुपए 10,000 की रकम 8% सालाना दर ते मिश्रित ब्याज ते जमा करवाई जाती है। हुण देखो कि हरेक साल जो जिहड़ा मिश्र धन बनना, मिश्र धन हुंदा अमाउंट यानी कि कुल राशि जिहदे च साडा मूल धन ते जिहड़ा उहदा ब्याज बनना, ते ब्याज किहड़ा लग्गा वा मिश्रित ब्याज। सधारण ब्याज ते मिश्रित ब्याज दे तुहानूं डिफरेंस दा पता ही आ। ते मिश्रित धन जिहड़ा वा असीं किस तरह फाइंड करदे आ, हर वारी ਉਹਦਾ ਜਿਹੜਾ ਫਾਰਮੂਲਾ ਲਗਾ ਕੇ ਅਸੀਂ ਦੇਖਾਂਗੇ, ਕਿਉਂਕਿ ਜਿਹੜੀ ਸਾਡੇ ਕੋਲ ਸੂਚੀ ਬਣਨੀ ਆ ਉਹਦੇ 'ਚ ਜਿਹੜੀ ਪਹਿਲੀ ਰਕਮ ਹੋਣੀ ਆ ਉਹ ਆਹ ਵਾਲਾ ਸਾਡਾ ਮੂਲ ਧਨ ਪੂਰਾ ਜਿੰਨਾ ਵੀ ਹੈਗਾ ਵਾ, ਅਤੇ ਨਾਲ ਉਹਦੇ ਵਿੱਚ ਵਿਆਜ ਲੱਗ ਕੇ ਪਹਿਲੇ ਸਾਲ ਦਾ ਜਿਹੜਾ ਵੀ ਮਿਸ਼ਰ ਧਨ ਬਣੇਗਾ ਅਸੀਂ ਉਹਨੂੰ ਲੈਣਾ। ਕਿ ਇੱਕ ਵਾਰੀ ਦੁਬਾਰਾ ਸਮਝ ਲਓ, ਸਾਡੇ ਖਾਤੇ ਦੇ ਵਿੱਚ ਮੰਨ ਲਓ ਤੁਸੀਂ ਆਪਣੇ ਅਕਾਊਂਟ 'ਚ 10,000 ਰੁਪਇਆ ਜਮ੍ਹਾਂ ਕਰਾਇਆ, ਇੱਕ ਸਾਲ ਬਾਅਦ ਉਹਦੇ 'ਤੇ ਆਹ ਜਿਹੜੀ ਦਰ ਦਿੱਤੀ ਆ ਉਹਦੇ 'ਤੇ ਮਿਸ਼ਰਤ ਵਿਆਜ ਲੱਗ ਕੇ ਇਹਦੇ 'ਚ ਜਿਹੜਾ ਜਮ੍ਹਾਂ ਹੋ ਜਾਏਗਾ ਉਹ ਤੁਹਾਡੀ ਜਿਹੜੀ ਆ ਪਹਿਲੀ ਜਿਹੜੀ ਆ ਸੂਚੀ ਦੇ ਵਿੱਚ ਸੰਖਿਆ ਬਣਨੀ ਜੇ, ਪਹਿਲੀ ਸੰਖਿਆ। ਉਸ ਤੋਂ ਬਾਅਦ ਦੂਜੇ ਸਾਲ ਵਾਸਤੇ ਤੁਹਾਡੇ ਕੋਲ ਇਹੀ ਦਰ ਰਹਿਣੀ ਆ, ਲੇਕਿਨ ਜਿਹੜਾ ਮਿਸ਼ਰ ਧਨ ਵਾ ਜਿਹੜਾ ਤੁਹਾਡੇ ਪਹਿਲੇ ਸਾਲ 'ਚ ਬਣਿਆ ਵਾ ਅਗਲੇ ਸਾਲ ਦਾ ਉਹਨੇ ਮੂਲ ਧਨ ਬਣ ਜਾਣਾ। ਅਤੇ ਉਹਦੇ ਵਿੱਚ ਸਮਾਂ ਜਿਹੜਾ ਵਾ ਪਹਿਲਾਂ 1 ਸਾਲ ਆਏਗਾ, ਫਿਰ 2 ਸਾਲ, ਫਿਰ 3 ਸਾਲ, ਇਸ ਤਰ੍ਹਾਂ ਕਰਕੇ ਸਾਡੇ ਕੋਲ ਸੂਚੀ ਬਣੇਗੀ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ ਇਹਨੂੰ ਲਿਖਣਾ ਕਿਸ ਤਰ੍ਹਾਂ। ਪਹਿਲਾਂ ਲਿਖੋ ਕਿ ਇਹਦਾ ਮੂਲ ਧਨ ਉਹ ਕਿੰਨਾ ਵਾ, ਜਿਹੜਾ ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਤੁਸੀਂ ਜਮ੍ਹਾਂ ਕਰਾਉਣਾ। ਉਹ ਹੈਗਾ ਰੁਪਏ 10,000। ਫਿਰ ਇਹਦੀ ਸਾਲਾਨਾ ਦਰ ਕਿੰਨੀ ਆ, ਇੰਗਲਿਸ਼ ਮੀਡੀਅਮ ਵਾਲੇ ਬੱਚੇ ਪ੍ਰਿੰਸੀਪਲ ਲਿਖਣਗੇ, ਨਾਲ ਜਿਹੜਾ ਐਨੂਅਲ ਰੇਟ ਇਹਦਾ ਲਿਖ ਲੈਣਗੇ ਉਹ ਕਿੰਨਾ ਵਾ 8%। ਈਅਰਲੀ ਆ, ਯਾਨੀ ਕਿ ਇਹਦੇ ਨਾਲ ਈਅਰਲੀ ਜਾਂ ਸਾਲਾਨਾ ਉਹ ਤੁਸੀਂ ਲਿਖ ਲੈਣਾ। ਹੁਣ ਜਿਹੜਾ ਵਿਆਜ ਵਾ ਉਹ ਕਿਹੜਾ ਵਾ, ਮਿਸ਼ਰਤ ਵਿਆਜ। ਇੱਥੇ ਲਿਖਾਂਗੇ ਕਿਉਂਕਿ ਵਿਆਜ ਮਿਸ਼ਰਤ ਵਿਆਜ ਹੈ। ਜਿਹੜਾ ਵਿਆਜ ਲੱਗਣਾ ਵਾ ਉਹ ਸਧਾਰਨ ਵਿਆਜ ਨਹੀਂ ਗਾ, ਉਹ ਕਿਹੜਾ ਵਾ ਮਿਸ਼ਰਿਤ ਜਾਂ ਮਿਸ਼ਰਤ ਵਿਆਜ ਹੈ। ਹੁਣ ਇਹ ਜਿਹੜਾ ਮਿਸ਼ਰਤ ਵਿਆਜ ਅਸੀਂ ਇਹਦਾ ਫਾਰਮੂਲਾ ਸਾਨੂੰ ਪਤਾ ਹੀ ਹੈ ਕਿਹੜਾ ਹੁੰਦਾ ਵਾ, ਯਾਨੀ ਕਿ ਮਿਸ਼ਰ ਧਨ ਜਦੋਂ ਅਸੀਂ ਕੱਢਦੇ ਹਾਂ, ਆਹ ਦੇਖੋ ਅਮਾਊਂਟ ਮਿਸ਼ਰ ਧਨ ਹੋ ਗਈ ਜਿਹੜੀ ਸਾਲ ਬਾਅਦ ਰਾਸ਼ੀ ਬਣਨੀ ਆ। ਇਹਦੇ 'ਚ ਕਿਹੜੀ ਕਿਹੜੀ ਚੀਜ਼ ਹੋਣੀ ਆ, ਇੱਕ ਹੋਣਾ ਪ੍ਰਿੰਸੀਪਲ, ਫਿਰ ਇੱਕ ਜਮ੍ਹਾਂ ਇੱਥੇ ਆਉਂਦਾ ਰੇਟ ਦਰ ਬਟਾ 100, ਅਤੇ ਇਹਦੀ ਉੱਪਰ ਹੁੰਦੀ ਪਾਵਰ n ਯਾਨੀ ਕਿ ਸਮਾਂ। ਇੱਥੇ ਅਸੀਂ ਸਮਾਂ ਲਿਖਦੇ ਹਾਂ, ਇੱਥੇ ਦਰ, ਇੱਥੇ ਜਿਹੜਾ ਮੂਲ ਧਨ ਵਾ ਉਹ। ਅਤੇ ਜਦੋਂ ਇਹਨੂੰ ਸੋਲਵ ਕਰ ਲੈਂਦੇ ਹਾਂ ਜਿਹੜਾ ਆਨਸਰ ਆਉਂਦਾ ਉਹ ਕੀ ਬਣਦਾ ਸਾਡਾ ਮਿਸ਼ਰ ਧਨ ਯਾਨੀ ਕਿ ਅਮਾਊਂਟ। ਹੁਣ ਇਹਦੇ 'ਚ ਅਸੀਂ ਵੈਲਿਊਜ਼ ਪੁੱਟ ਕਰਾਂਗੇ ਅਤੇ ਜਿਹੜੀ ਸੂਚੀ ਬਣੇਗੀ ਉਹ ਕਿਸ ਤਰ੍ਹਾਂ ਬਣੇਗੀ। ਇਸ ਲਈ ਸੰਖਿਆਵਾਂ ਦੀ ਸੂਚੀ ਉਹ ਕੀ ਹੋਏਗੀ, ਸਭ ਤੋਂ ਪਹਿਲਾਂ
ਇਹਦੇ ਵਿੱਚ ਤੁਸੀਂ ਵੈਲਿਊਜ਼ ਪੁੱਟ ਕਰ ਦੇਣੀ। ਪਹਿਲਾਂ ਆ ਗਈ 10,000, ਇੱਕ ਜਮਾ 8/100 ਅਤੇ ਸਮਾਂ ਜਿਹੜਾ ਸੀ ਪਹਿਲੇ ਸਾਲ ਦਾ ਉਹ ਕਿੰਨਾ ਵਾ 1 ਪਹਿਲੇ ਸਾਲ ਦਾ। ਹੁਣ ਦੂਸਰੇ ਸਾਲ ਦੀ ਅਮਾਊਂਟ ਬਣਾਉਣੀ ਆ 2 ਸਾਲਾਂ ਲਈ, ਅਤੇ ਉਹਦੇ 'ਚ ਮੂਲਧਨ ਤੁਹਾਡਾ ਇਹੀ। ਜੇ ਅਸੀਂ ਦੂਸਰਾ ਫਾਰਮੂਲਾ ਲਾਉਂਦੇ ਹਾਂ ਸਧਾਰਨ ਵਿਆਜ ਵਾਲਾ, ਜਿਸ ਤਰ੍ਹਾਂ ਲਾ ਕੇ ਅਤੇ ਅਸੀਂ ਹਰ ਵਾਰੀ ਕੱਢਦੇ ਹਾਂ, ਤਾਂ ਉਹ 'ਚ ਹਰ ਵਾਰੀ ਪਹਿਲੇ ਦਾ ਜਿਹੜਾ ਆਨਸਰ ਆਉਂਦਾ ਵਾ ਉਹ ਸਾਡੇ ਕੋਲ ਅਗਲੇ ਸਾਲ ਦਾ ਮੂਲਧਨ ਹੁੰਦਾ। ਲੇਕਿਨ ਅਸੀਂ ਇੱਥੇ ਮਿਸ਼ਰ ਧਨ ਦਾ ਸਿੱਧਾ ਫਾਰਮੂਲਾ ਲਾਇਆ ਅਤੇ ਇਹਦੇ 'ਚ ਸਿੱਧਾ ਹੀ ਲਿਖਾਂਗੇ ਇਸੇ ਤਰ੍ਹਾਂ ਹੀ। ਇਹ 'ਚ ਸਿਰਫ ਸਮਾਂ ਬਦਲਦਾ ਰਹੇਗਾ, ਬਾਕੀ ਸਭ ਕੁਝ ਉਹੀ ਆ। ਸਮਾਂ 2 ਸਾਲ ਹੋ ਗਿਆ। ਅਗਲੀ ਜਿਹੜੀ ਆ ਫਿਗਰ ਉਹ ਕਿਸ ਤਰ੍ਹਾਂ ਬਣੇਗੀ, ਉਹਦੇ 'ਚ ਵੀ ਸਮਾਂ ਬਦਲ ਜਾਏਗਾ, ਉਹ 3 ਸਾਲ ਹੋ ਜਾਏਗਾ ਅਤੇ ਇਸੇ ਤਰ੍ਹਾਂ 100 ਹੁਣ ਅੱਗੇ ਚੱਲਦਾ ਜਾਏਗਾ। ਇਹ ਸਾਡੇ ਕੋਲ ਸੰਖਿਆਵਾਂ ਦੀ ਸੂਚੀ ਬਣ ਗਈ। ਹੁਣ ਜਦੋਂ ਅਸੀਂ ਇਹਨਾਂ ਨੂੰ ਸੋਲਵ ਕਰਦੇ ਹਾਂ ਪੂਰਾ, ਮੈਂ ਤੁਹਾਨੂੰ ਰਫ 'ਚ ਸੋਲਵ ਕਰਕੇ ਦੱਸ ਦਿੰਦਾ। ਪਹਿਲਿਆਂ ਦੋਵਾਂ ਤੋਂ ਹੀ ਪਤਾ ਲੱਗ ਜਾਏਗਾ ਕਿ ਸਾਡੇ ਕੋਲ ਕੀ ਫ਼ਰਕ ਆਉਂਦਾ ਇਹਨਾਂ ਦਾ, ਕਿ ਡਿਫਰੈਂਸ ਬਰਾਬਰ ਆ। ਇੱਕ ਅਗਲੀ ਟਰਮ ਵੀ ਕੱਢ ਕੇ ਦੇਖ ਲਾਂਗੇ ਅਸੀਂ, ਕਿਉਂਕਿ ਜਿਹੜਾ ਕੁਐਸਚਨ ਵਾ ਇਹਦੇ 'ਚ ਤੁਸੀਂ ਇਹਦੀ ਕੈਲਕੂਲੇਸ਼ਨ ਕਰੋਗੇ ਤਾਂ ਕਾਫੀ ਵੱਡੀ ਹੋ ਜਾਏਗੀ, ਪਰ ਤੁਹਾਨੂੰ ਸਮਝਾਉਣ ਵਾਸਤੇ ਮੈਨੂੰ ਇਹਦੀ ਕੈਲਕੂਲੇਸ਼ਨ ਜਿਹੜੀ ਉਹ ਕਰਨੀ ਪਏਗੀ। ਮੈਂ ਇੱਥੇ ਰਫ ਦੇ ਵਿੱਚ ਇੱਕ ਸਾਈਡ 'ਤੇ ਇਹਦੀ ਕੈਲਕੂਲੇਸ਼ਨ ਕਰਕੇ ਅਤੇ ਤੁਹਾਨੂੰ ਆਹ ਇਕੱਲੀ ਫਿਗਰ ਦੱਸ ਦਿੰਦਾ ਕਿ ਕਿੰਨੀ ਬਣਦੀ ਆ, ਅਤੇ ਫਿਰ ਅਸੀਂ ਦੇਖਾਂਗੇ ਵੀ ਕੀ ਇਹ ਬਰਾਬਰ ਆਉਂਦੇ ਆ ਕਿ ਨਹੀਂ ਆਉਂਦੇ। ਮੈਂ ਤੁਹਾਨੂੰ ਇੱਥੇ ਰਫ 'ਚ ਦੱਸ ਦਿੰਦਾ ਕਿ ਇੱਥੇ ਆ ਜਾਏਗਾ 10,000 ਗੁਣਾ, ਜਦੋਂ ਇਹਦਾ ਐਲਸੀਅਮ ਲਵਾਂਗੇ ਤਾਂ 100 ਏਕਮ 100 ਜਮਾ 8 108, 108/100 ਪਾਵਰ 1 ਵਾ ਅਤੇ ਇੱਕ ਵਾਰੀ ਲਿਖਾਂਗੇ। ਆਹ 0 ਨਾਲ 0 ਇਹਨਾਂ ਦੀ ਕੱਟੀ ਗਈ, ਅਤੇ ਜਦੋਂ ਇਹਨਾਂ ਦੀ ਗੁਣਾ ਕੀਤੀ ਆਪਸ ਵਿੱਚ ਤਾਂ ਕਿੰਨਾ ਆ ਗਿਆ, ਆਹ ਸਾਡੇ ਕੋਲ ਫਿਗਰ ਆ ਗਈ। ਅਸੀਂ ਇੱਥੇ ਲਿਖ ਲਾਂਗੇ। ਦੂਸਰੀ ਫਿਗਰ ਸੋਲਵ ਕਰਨੀ ਆ, ਉਹ ਵੀ ਇਸੇ ਤਰ੍ਹਾਂ ਹੀ ਹੋਏਗੀ। ਇਹਦੇ 'ਚ 108/100 ਇਹਦੀ ਪਾਵਰ 2 ਆ, ਇਹਨੂੰ 2 ਵਾਰੀ ਲਿਖ ਲਾਂਗੇ। ਇਹਦੇ 'ਚ 1 2 3 4 0 ਹੈ, 1 2 3 4 0 ਕੱਟੀਆਂ। 108 ਨੂੰ 108 ਨਾਲ ਗੁਣਾ ਕਰੋਗੇ ਅਤੇ ਜਿਹੜੀ ਸਾਡੇ ਕੋਲ ਫਿਗਰ ਆਉਣੀ ਆ ਉਹ ਆਉਣੀ ਆ 11,664 ਰੁਪਏ। ਹੁਣ ਤੀਸਰੀ ਵਾਰੀ ਉਸੇ ਤਰ੍ਹਾਂ ਹੀ 108 ਨੂੰ 108 ਨਾਲ ਗੁਣਾ ਕੀਤੀ, ਇੰਨੀ 3 ਪਾਵਰ ਵਾ, 3 ਵਾਰੀ ਆ ਜਾਏਗਾ ਇੱਥੇ। ਇਹਦੇ ਨਾਲ ਇੱਕ ਵਾਰੀ ਹੋਰ ਆ ਜਾਏਗਾ ਅਤੇ ਨਾਲ ਜਿਹੜਾ ਵਾ ਥੱਲੇ 100 ਬਚੇਗਾ। ਆਹ ਦੇਖੋ, ਇਹ 3 ਪਾਵਰ ਸੀ, 108/100 ਗੁਣਾ 108/100 ਗੁਣਾ 108/100। ਆਹ ਦੇਖੋ 1 2 3 4 ਜ਼ੀਰੋਆਂ ਅਤੇ ਇਹਦੇ ਨਾਲ ਕੱਟੀਆਂ ਗਈਆਂ। ਹੁਣ ਜਦੋਂ ਇਹਨਾਂ ਤਿੰਨਾਂ ਦੀ ਆਪਸ ਵਿੱਚ ਗੁਣਾ ਕੀਤੀ ਤਾਂ ਸਾਡੇ ਕੋਲ ਫਿਗਰ ਬਣ ਜਾਣੀ ਆ, ਤੁਸੀਂ ਕਰਕੇ ਦੇਖ ਲਿਓ। ਅਤੇ ਥੱਲੇ ਕਿੰਨਾ ਬਚਿਆ ਨਾਲ 100। ਜੇ ਇਹਦਾ ਡੈਸੀਮਲ ਲਗਾਵਾਂਗੇ ਤਾਂ ਉਹ ਕਿੰਨਾ ਬਣਦਾ 12,597 ਰੁਪਏ ਅਤੇ 12 ਪੈਸੇ। ਆਹ ਸਾਡੇ ਕੋਲ ਫਿਗਰ ਆਈ। ਹੁਣ ਤੁਸੀਂ ਦੇਖੋ ਕਿ ਜਦੋਂ ਇੱਧਰ ਪੈਸੇ ਆਉਣ ਲੱਗ ਗਏ ਆ ਅਤੇ ਇਹਨਾਂ ਦਾ ਜਦੋਂ ਵੀ ਅਸੀਂ ਡਿਫਰੈਂਸ ਕੱਢਾਂਗੇ A2 - A1 ਕਰਾਂਗੇ ਉਹ ਹੋਰ ਹੋਏਗਾ, ਅਤੇ A3 - A2 ਜਿਹੜਾ ਉਹ ਵੱਖਰਾ ਹੋਏਗਾ। ਇਹ ਬਰਾਬਰ ਨਹੀਂ ਆਏਗਾ, ਤੁਸੀਂ ਕਰਕੇ ਦੇਖ ਲਿਓ। ਅਤੇ ਇਹਨੂੰ ਅਸੀਂ ਕੀ ਲਿਖਾਂਗੇ ਕਿ A2 - A1 ਬਰਾਬਰ ਨਹੀਂ ਹੈ ਕਿਹਦਾ, A3 - A2। ਤੁਸੀਂ ਕਰਕੇ ਵੀ ਦੇਖ ਸਕਦੇ ਹੋ। ਆਹ ਬਰਾਬਰ ਨਹੀਂ ਆਇਆ ਅਤੇ ਇਹਦਾ ਮਤਲਬ ਜਿਹੜੀ ਸੰਖਿਆਵਾਂ ਦੀ ਸੂਚੀ ਉਹ AP ਨਹੀਂ ਹੈ। ਇਸ ਲਈ ਸੰਖਿਆਵਾਂ ਦੀ ਜਿਹੜੀ ਸੂਚੀ ਆ ਉਹ ਇੱਕ AP ਨਹੀਂ ਹੈ। ਇਹ ਸਾਡਾ ਕੁਐਸਚਨ ਸੀ। ਕਿਉਂਕਿ ਜੇ ਆਹ ਦੇਖੋ ਤੁਸੀਂ, ਜਦੋਂ ਇੱਥੇ ਪੈਸਿਆਂ ਵਾਲੀ ਮਾਈਨਸ ਇਹਦੇ 'ਚ ਨਹੀਂ ਹੈਗੀ ਪਹਿਲਿਆਂ ਦੋਵਾਂ 'ਚ, ਇਹਦੇ 'ਚ ਪੈਸਿਆਂ ਵਾਲੀ ਮਾਈਨਸ ਵੀ ਨਾਲ ਆ ਗਈ, ਇਹਦਾ ਮਤਲਬ ਫਿਗਰ ਚੇਂਜ ਹੋ ਜਾਣੀ ਆ, ਸੇਮ ਡਿਫਰੈਂਸ ਨਹੀਂ ਆਉਣਾ। ਇਸ ਕਰਕੇ ਇਹ ਜਿਹੜੀ ਆ AP ਨਹੀਂ ਆ। ਆ ਬੱਚਿਓ, ਇਹ ਸੀਗਾ ਇਹਦਾ ਲਾਸਟ ਕੁਐਸਚਨ, ਜਿਹੜੀ ਸਾਡੀ ਅਭਿਆਸ 5.1 ਸੀ। ਇੱਥੇ ਤੁਸੀਂ A2 - A1 ਯਾਨੀ 11,664 ਵਿੱਚੋਂ 10,800 ਘਟਾ ਕੇ ਵੀ ਇੱਥੇ ਲਿਖ ਸਕਦੇ ਹੋ। ਫਿਰ 12,597.12 ਜਿਹੜੀ 1 2 ਆ ਜਿਹੜੇ ਪੈਸੇ ਆ ਇਹਦੇ ਵਿੱਚੋਂ ਵੀ ਇਹਨੂੰ ਘਟਾ ਕੇ ਲਿਖ ਕੇ ਫਿਰ ਤੁਸੀਂ ਆਹ ਲਿਖ ਸਕਦੇ ਹੋ। ਇੱਥੋਂ ਵੈਸੇ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਇਹ ਬਰਾਬਰ ਨਹੀਂ ਆਉਣੇ, ਮੈਂ ਸਿੱਧਾ ਲਿਖ ਦਿੱਤਾ।
ਇਹ ਸਾਡੀ ਜਿਹੜੀ ਅਭਿਆਸ ਸੀਗੀ 5.1 ਯਾਨੀ ਐਕਸਰਸਾਈਜ਼ 5.1, ਇਹਦੇ ਜਿਹੜੇ ਸਟੇਟਮੈਂਟ ਵਾਲੇ ਕੁਐਸਚਨ ਸੀਗੇ। ਇਸ ਤੋਂ ਬਾਅਦ ਨੈਕਸਟ ਵੀਡੀਓ 'ਚ ਅਸੀਂ ਮਿਲਾਂਗੇ, ਜਿਹਦੇ ਵਿੱਚ ਜਿਹੜੀ ਐਕਸਰਸਾਈਜ਼ 5.2 ਦੇ ਵਿੱਚ ਸਟੇਟਮੈਂਟ ਕੁਐਸਚਨਸ ਜਿਹੜੇ ਵਰਕਸ਼ੀਟ ਵਿੱਚ ਨਹੀਂ ਆਏ ਸੀਗੇ, ਮੈਂ ਉਹਨਾਂ ਦਾ ਸੋਲੂਸ਼ਨ ਲੈ ਕੇ ਆਵਾਂਗਾ। ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਕਰਿਓ, ਸ਼ੇਅਰ ਕਰਿਓ। ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।